ਗੁਰ ਗੋਬਿੰਦ ਗੋਪਾਲ ਗੁਰ ਗੁਰਪੂਰਨ ਨਾਰਾਇਣ ਹੈ। ਗੁਰ ਦਇਆਲ ਸਮਰੱਥ ਗੁਰ ਗੁਰੂ ਨਾਨਕ ਪਤਿਤ ਉਦਾਹਰਣ ਹੈ। ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਸੱਜ ਬੈਠੀ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਦੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਲਾ ਪ੍ਰੀਤਮ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਦਿੱਲੀ ਵਿਖੇ ਆਪ ਸਰਬੱਤ ਸੰਗਤਾਂ ਹਾਜ਼ਰੀਨ ਹੋ। ਬੜੇ ਪ੍ਰੇਮ ਸਹਿਤ ਸਹਿਜਤਾ ਦੇ ਨਾਲ ਗਿਆਨੀ ਰਣਜੀਤ ਸਿੰਘ ਹੁਣਾ ਆਪ ਸੰਗਤ ਨੂੰ ਤੁਰਕੀ ਬਾਣੀ ਦਾ ਫੁਰਮਾਨ ਸਰਵਣ ਕਰਵਾਇਆ ਹੈ। ਆਓ ਇਹਨਾਂ ਬਚਨਾਂ ਦੇ ਆਗਾਮੀ ਅਰਥ ਵਿਚਾਰ ਕੇ ਆਪਣੇ ਸਮੇਂ ਨੂੰ ਜੀਵਨ ਨੂੰ ਸਫਲਾ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਨਹੁ ਜੇ ਅੰਧੇ ਕੂਪ ਕਹਿਆ ਬਿਰਦ ਨਾ ਜਾਣਨੀ। ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਇਹ ਪਾਵਨ ਸ਼ਲੋਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ 1411 ਅੰਗ ਉੱਪਰ ਦਰਜ ਹੈ। ਮਹਾਰਾਜ ਇੱਥੇ ਲੋਕਾਈ ਨੂੰ ਉਪਦੇਸ਼ ਦਿੰਦੇ ਨੇ। ਲਫ਼ਜ਼ ਵਰਤਿਆ ਹੈ ਮਨਹੁ, ਭਾਵ ਦਿਲ ਦੇ ਅੰਦਰੋਂ, ਧੁਰੋਂ, ਮਨ ਦੀ ਡੂੰਘਾਈ ਤੋਂ। ਅੱਗੇ ਅੰਧੇ ਲਫ਼ਜ਼ ਹੈ, ਭਾਵ ਜੋ ਨੇਤਰਹੀਣ ਹੈ। ਇੱਥੇ ਸਥੂਲ ਨੇਤਰਾਂ ਦੀ ਗੱਲ ਨਹੀਂ ਹੈ, ਸੂਖਸ਼ਮ ਨੇਤਰਾਂ ਦੀ ਗੱਲ ਹੈ। ਭਾਵ ਜੋ ਗਿਆਨਹੀਣ ਹੈ, ਜਿਹਦੇ ਵਿਚਾਰ ਵੈਰਾਗ ਦੇ ਨੇਤਰ ਨਹੀਂ ਨੇ। ਕੂਪ ਲਫ਼ਜ਼ ਅੰਧਕਾਰ ਲਈ ਆਇਆ ਹੈ, ਜੋ ਬੜਾ ਸੰਘਣਾ ਹੋਵੇ। ਬਿਰਦ ਲਫ਼ਜ਼ ਪਰਮਾਤਮਾ ਪਰਮੇਸ਼ਵਰ ਦਾ ਜੋ ਧਰਮ ਦਾ ਸਿਧਾਂਤ ਹੈ, ਜੋ ਅਸੀਂ ਨਿਤ ਕਰਮ ਕਰਨਾ ਹੈ ਗੁਰੂ ਦੇ ਹੁਕਮ ਦੇ ਵਿੱਚ, ਗੁਰਾਂ ਦਾ ਕਹਿਆ ਮੰਨਣਾ ਹੈ, ਉਹਦੇ ਲਈ ਆਉਂਦਾ ਹੈ। ਕਹਿੰਦੇ ਜਿਹੜੇ ਵਿਚਾਰ ਦੇ ਨੇਤਰਾਂ ਤੋਂ ਬਿਨਾਂ ਨੇ, ਅੰਨੇ ਨੇ, ਜਿਨ੍ਹਾਂ ਦੇ ਅੰਦਰ ਘੁੱਪ ਹਨੇਰਾ ਹੈ, ਵਿਕਾਰਾਂ ਦੇ ਹਨੇਰੇ ਵਿੱਚ ਜਿਹੜੇ ਡੁੱਬੇ ਹੋਏ ਨੇ, ਉਹ ਗੁਰੂ ਦਾ ਬਿਰਦ ਨਹੀਂ ਜਾਣਦੇ, ਗੁਰੂ ਦਾ ਹੁਕਮ ਨਹੀਂ ਮੰਨਦੇ, ਗੁਰੂ ਦੇ ਬਚਨ ਨੂੰ ਜੀਵਨ ਵਿੱਚ ਨਹੀਂ ਢਾਲਦੇ, ਗੁਰੂ ਦੇ ਅਕੋਰਡਿੰਗ ਆਪਣਾ ਜੀਵਨ ਬਤੀਤ ਨਹੀਂ ਕਰਦੇ। ਜਿਵੇਂ ਬਾਣੀ ਚਾਹੁੰਦਾ ਹੈ ਨਾ, ਗੁਰਮਤਿ ਸੁਨ ਕਛ ਗਿਆਨ ਨਾ ਉਪਜਿਓ, ਪਸ ਜਿਉ ਉਦਰ ਭਰੋ, ਕਹੋ ਨਾਨਕ ਪ੍ਰਭ ਬਿਰਦ ਪਛਾਨੋ, ਤਬ ਹਉ ਪਤਤ ਤਰੋ। ਹੇ ਮਹਾਰਾਜ, ਅਸੀਂ ਤੁਹਾਡੀ ਬਖਸ਼ੀ ਮਤ ਗ੍ਰਹਿਣ ਨਹੀਂ ਕਰਦੇ, ਕੁਝ ਗਿਆਨ ਹਾਸਲ ਨਹੀਂ ਕਰ ਸਕੇ ਤੁਹਾਡੇ ਬਚਨ ਸੁਣ ਕੇ, ਬਾਣੀ ਸੁਣ ਕੇ। ਪਸ਼ੂਆਂ ਵਾਂਗੂ ਚਰੀ ਜਾਂਦੇ ਆ, ਖਾਈ ਜਾਂਦੇ ਆ, ਖਾ ਕੇ ਸੁੱਤੇ ਰਹਿੰਦੇ ਆ। ਦਲਿੱਦਰ ਦੇ ਵਿੱਚ ਜੀਵਨ ਲੰਘ ਰਿਹਾ ਹੈ। ਉਧਰ ਭਰ ਕੇ ਸੌਂ ਜਾਈਦਾ ਹੈ, ਨਾ ਉੱਠਦੇ ਹਾਂ, ਨਾ ਅੰਮ੍ਰਿਤ ਵੇਲਾ ਸਾਂਭਦੇ ਹਾਂ, ਨਾ ਤੇਰੇ ਗੀਤ ਗਾਉਂਦੇ ਹਾਂ। ਪਰ ਤੇਰਾ ਜਿਹੜਾ ਬਿਰਦ ਹੈ ਉਹ
ਪਾਪੀਆਂ ਨੂੰ ਪਾਕ ਕਰਨ ਵਾਲਾ ਹੈ, ਜਿਹੜੇ ਪਤਿਤ ਨੇ ਉਹਨਾਂ ਨੂੰ ਵੀ ਤੂੰ ਤਾਰਨ ਵਾਲਾ ਹੈ। ਸਾਡੇ ਤੇ ਕਿਰਪਾ ਕਰ, ਆਪਣਾ ਨਾਮ ਬਖਸ਼, ਸਾਡਾ ਪਾਰ ਉਤਾਰਾ ਕਰ, ਸਾਡੇ ਰੋਗ ਸੋਗ ਮਿਟਾਉਣੇ ਕਰ। ਖੈਰ, ਗੁਰਮੁਖ ਤੇ ਇਹ ਬੇਨਤੀਆਂ ਕਰਦੇ ਨੇ, ਯਤਨ ਕਰਦੇ ਨੇ ਜੀਵਨ ਸਫਲਾ ਹੋਵੇ, ਪਰ ਕੁਝ ਐਸੇ ਮਨਮੁਖ ਨੇ ਜਿਹੜੇ ਅਗਿਆਨ ਵਿੱਚ, ਵਿਕਾਰਾਂ ਦੇ ਅੰਧਕਾਰ ਵਿੱਚ ਜੀਵਨ ਗਲਤਾਨ ਕਰੀ ਬੈਠੇ ਨੇ, ਹਨੇਰੇ ਵਿੱਚ ਬੜੇ ਖੁੱਭ ਗਏ ਨੇ, ਗੁਰੂ ਦੇ ਹੁਕਮ ਨੂੰ ਪਹਿਚਾਣ ਨਹੀਂ ਪਾ ਰਹੇ, ਗੁਰੂ ਦਾ ਹੁਕਮ ਮੰਨ ਨਹੀਂ ਪਾ ਰਹੇ। ਅੱਗੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਮਨ ਅੰਧਾ ਉਂਦਾ ਕਵਲ ਦਿਸਨ ਖਰੇ ਕਰੂਪ। ਮਨ ਮੁਖਾਂ ਦਾ ਜਿਹੜਾ ਮਨ ਹੈ ਉਂਦਾ ਹੈ, ਉਂਦੇ ਦਾ ਭਾਵ ਹੈ ਮੂਧਾ ਹੈ, ਉਲਟਾ ਹੈ, ਗੁਰੂ ਦੀ ਸਿੱਖਿਆ ਤੋਂ ਬਿਲਕੁਲ ਉਲਟ, ਪਰਮ ਈਸ਼ਵਰ ਵੱਲੋਂ, ਨਿਰੰਕਾਰ ਵੱਲੋਂ ਬਿਲਕੁਲ ਉਲਟ, ਸੰਸਾਰ ਵੱਲ ਜੁੜੇ ਹੋਏ ਨੇ। ਜਿਹੜਾ ਕਮਲ ਦਾ ਫੁੱਲ ਹੈ ਨਾ, ਸੂਰਜ ਦੇ ਉਦੇ ਹੋਣ ਤੇ ਖਿੜਦਾ ਹੈ ਤੇ ਅਸਤ ਹੋਣ ਤੇ ਪੰਖੜੀਆਂ ਸਮੇਟ ਲੈਂਦਾ ਹੈ। ਹੁਣ ਕੌਲ ਫੁੱਲ ਕਿਰਨਾਂ ਨਾਲ ਖਿੜ ਉੱਠਦਾ ਹੈ, ਅਸੀਂ ਗੁਰੂ ਪਰਮੇਸ਼ਰ ਦੀ ਬਾਣੀ ਦੇ ਨਾਲ ਖਿੜੇ ਹੀ ਨਹੀਂ। ਸਤ ਸੰਤੋਖ ਦਇਆ ਧਰਮ ਰੂਪੀ ਪੰਖੜੀਆਂ ਸਾਡੀਆਂ ਪ੍ਰਫੁੱਲਤ ਹੀ ਨਹੀਂ ਹੋਈਆਂ। ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚ ਮੁਰਝਾਏ ਪਏ ਹਾਂ। ਸੋ ਮਹਾਰਾਜ, ਸਾਡਾ ਜਿਹੜਾ ਜੀਵਨ ਹੈ ਖਰੇ ਕਰੂਪ, ਖਰੇ ਤੋਂ ਭਾਵ ਬਹੁਤਾ, ਕਰੂਪ ਦਾ ਮਤਲਬ ਹੈ ਕੋਝਾ, ਬੜਾ ਭਿਅੰਕਰ ਸਾਡਾ ਜੀਵਨ ਹੋਇਆ ਪਿਆ ਹੈ, ਬੜਾ ਨੀਵਾਂ ਸਾਡਾ ਜੀਵਨ ਹੋਇਆ ਪਿਆ ਹੈ, ਵਿਕਾਰਾਂ ਦੇ ਵਿੱਚ ਅਸੀਂ ਡੁੱਬੇ ਪਏ ਹਾਂ। ਮਨਮੁਖ ਊਦਾ ਕੌਲ ਹੈ, ਨਾ ਤਿਸ ਭਗਤ ਨਾ ਨਾਓ, ਨਾਨਕ ਕਰਤੈ ਬਣਤ ਬਣਾਈ। ਮਨਮੁਖ ਕੂੜ ਬੋਲ ਬੋਲ ਡੁੱਬੇ, ਗੁਰਮੁਖ ਤਰੇ ਜਪ ਹਰ ਨਾਓ। ਮਨਮੁਖ ਮੂਧੇ ਕਮਲ ਵਰਗਾ ਹੈ, ਜਿਹੜਾ ਕਦੇ ਵੀ ਸੂਰਜ ਦੀਆਂ ਕਿਰਨਾਂ ਨਾਲ ਪ੍ਰਫੁੱਲਤ ਨਹੀਂ ਹੋ ਸਕਦਾ, ਮੁਰਝਾਇਆ ਹੋਇਆ ਹੈ। ਗੁਰਮੁਖ ਉਹ ਕੌਲ ਫੁੱਲ ਨੇ ਜਿਹੜੇ ਸੂਰਜ ਦੀਆਂ ਕਿਰਨਾਂ ਨਾਲ, ਪਰਮੇਸ਼ਵਰ ਦੀ ਬਾਣੀ ਨਾਲ ਪ੍ਰਫੁੱਲਤ ਹੋ ਜਾਂਦੇ ਨੇ। ਮਨਮੁਖ ਬੜੇ ਕਰੂਪ ਜਾਪਦੇ ਨੇ, ਜੀਵਨ ਉਹਨਾਂ ਦਾ ਮੈਲਾ ਹੈ, ਉਹ ਆਪ ਦੁਖੀ ਰਹਿੰਦੇ ਨੇ, ਹੋਰਾਂ ਨੂੰ ਦੁੱਖ ਦਿੰਦੇ ਨੇ, ਭਵ ਸਾਗਰ ਤੋਂ ਤਰ ਨਹੀਂ ਪਾਉਂਦੇ, ਜੂਨਾਂ ਵਿੱਚ ਡੁੱਬ ਜਾਂਦੇ ਨੇ, ਕੂੜੇ ਨੇ, ਝੂਠੇ ਨੇ, ਕੁਫਰ ਤੋਲਦੇ ਨੇ। ਗੁਰਮੁਖ ਜਨ ਰੱਬ ਦੇ ਗੀਤ ਗਾ ਕੇ ਭਵ ਸਾਗਰ ਤੋਂ ਤਰ ਜਾਂਦੇ ਨੇ। ਸੋ ਅੱਗੇ ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਇੱਕ ਕਹਿ ਜਾਣਨ ਕਹਿਆ ਬੁੱਝਨ, ਤੇ ਨਰ ਸੁਗੜ ਸਰੂਪ। ਗੁਰਮੁਖਾਂ ਦੀ ਬਾਤ ਮਹਾਰਾਜ ਕਰਦੇ ਨੇ। ਐਸੇ ਮਹਾਤਮਾ ਨੇ ਦੁਨੀਆ ਤੇ, ਜਿਹੜੇ ਧਾਰਮਿਕ ਗ੍ਰੰਥਾਂ ਦੇ ਵਕਤਾ ਨੇ, ਜੋ ਕਹਿੰਦੇ ਨੇ ਨਾ ਉਹ ਜਾਣਦੇ ਨੇ, ਆਪਣੇ ਜੀਵਨ ਵਿੱਚ ਉਹਨਾਂ ਢਾਲਿਆ ਹੋਇਆ ਹੈ ਉਸ ਗਿਆਨ ਨੂੰ, ਔਰ ਜੋ ਉਹ ਲੋਕਾਈ ਨੂੰ ਸਮਝਾ ਰਹੇ ਨੇ, ਆਪਣੇ ਅੰਦਰ ਉਹਨਾਂ ਬੁੱਝ ਕੇ ਉਹ ਬਚਨ ਜੀਵਨ ਤੇ ਢਾਲੇ ਹੋਏ ਨੇ। ਕੁਝ ਐਸੇ ਨੇ, ਅਵਰ ਉਪਦੇਸ਼ੈ ਆਪ ਨਾ ਕਰੈ, ਲੋਕਾਂ ਨੂੰ ਉਪਦੇਸ਼ ਦਿੰਦੇ ਨੇ, ਆਪ ਨਹੀਂ ਕਮਾਈ ਕੀਤੀ, ਆਪ ਨਹੀਂ ਧਰਮ ਦੇ ਸਿਧਾਂਤ ਤੇ ਚੱਲੇ, ਲੋਕਾਂ ਨੂੰ ਕਹਿ ਦੇਣਾ ਨਿਤਨੇਮ ਕਰੋ, ਆਪ ਨਹੀਂ ਬਾਣੀ ਪੜ੍ਹੀ ਜਾਂਦੀ, ਵਿਕਾਰ ਛੱਡੋ, ਆਪ ਨਹੀਂ ਵਿਕਾਰ ਛੱਡ ਸਕੇ। ਦੂਸਰੀ ਤਰਫ ਕੁਝ ਐਸੇ ਗੁਰਮੁਖ ਨੇ, ਮਹਾਤਮਾ ਨੇ, ਜੋ ਕਹਿੰਦੇ ਨੇ, ਤੋਲ ਕੇ ਕਹਿੰਦੇ ਨੇ, ਔਰ ਉਹ ਜੀਵਨ ਵਿੱਚ ਉਹਨਾਂ ਢਾਲਿਆ ਹੋਇਆ ਹੈ। ਐਸੇ ਜਿਹੜੇ ਮਹਾਤਮਾ ਨੇ, ਜਿਨ੍ਹਾਂ ਦੀ ਕਥਨੀ ਤੇ ਕਰਨੀ ਇੱਕ ਹੈ, ਤੇ ਨਰ ਸੁਗੜ ਸਰੂਪ, ਰੂਪ ਸੁੰਦਰ ਹੈ, ਸਾ ਰੂਪ ਉਸ ਤੋਂ ਵੀ ਸੁੰਦਰ। ਉਹਨਾਂ ਦਾ ਜੀਵਨ ਬੜੀ ਸ਼ੋਭਾ ਵਾਲਾ ਹੈ, ਬੜੀ ਉਹਨਾਂ ਦੀ ਜੈ ਜੈਕਾਰ ਹੈ। ਬੜੇ ਉਹ ਸੁਗੜ ਨੇ, ਸੁਘਟਤ ਨੇ, ਬੜੇ ਉਹ ਸੂਝਵਾਨ ਨੇ, ਸਿਆਣੇ ਨੇ, ਚਤੁਰ ਨੇ, ਦਾਨੇ ਨੇ, ਸੁੰਦਰ ਸਰੂਪ ਵਾਲੇ ਨੇ। ਐਸੇ ਉਹ ਮਹਾਤਮਾ
ਉਹਨਾਂ ਦੀ ਵਡਿਆਈ ਬਾਣੀ ਨੇ ਕਈ ਜਗ੍ਹਾ ਕੀਤੀ ਹੈ। ਗੁਰਮੁਖ ਸੁਗੜ ਸੁਜਾਨ ਗੁਰ ਸਮਝਾਇਆ। ਉਹ ਗੁਰੂ ਦੇ ਹੁਕਮ ਵਿੱਚ ਚੱਲ ਕੇ ਸੁਗੜ ਸਰੂਪ ਹੋਏ ਨੇ, ਸੂਝਵਾਨ ਹੋਏ ਨੇ, ਕੱਚ ਨੂੰ ਛੱਡ ਕੇ ਹੀਰੇ ਦੇ ਵਪਾਰ ਵਿੱਚ ਲੱਗੇ ਨੇ, ਸੰਸਾਰ ਦਾ ਤਿਆਗ ਕਰਕੇ ਨਿਰੰਕਾਰ ਦੇ ਨਾਮ ਵਿੱਚ ਲੱਗੇ ਹੋਏ ਨੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸੁਲਤਾਨਪੁਰ ਦੀ ਧਰਤੀ ਤੇ ਸਨ। ਬੜਾ ਇਤਿਹਾਸਿਕ ਪ੍ਰਫੁੱਲਤ ਸ਼ਹਿਰ ਸੀ ਭਾਰਤ ਵਰਸ਼ ਵਿੱਚ, ਪੰਜਾਬ ਦੇ ਵਿੱਚ। ਤੇ ਸਮਾਂ ਆਉਂਦਾ ਹੈ, ਸਗਾਈ ਹੁੰਦੀ ਹੈ ਪਾਤਸ਼ਾਹ ਦੀ। ਭਾਈ ਮਰਦਾਨਾ ਜੀ ਮਹਾਰਾਜ ਦੇ ਕੋਲ ਬੈਠੇ ਸਨ। ਸ੍ਰੀ ਨਾਨਕ ਪ੍ਰਕਾਸ਼ ਦੇ ਬੋਲ ਨੇ, ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ, ਅਤ ਉਤਸਵ ਸੋ ਭਈ ਸਗਾਈ, ਮੁਝ ਦੀਜੈ ਨਿਜ ਅਬਹਿ ਵਧਾਈ। ਗੁਰੂ ਨਾਨਕ ਸਾਹਿਬ, ਮੈਂ ਤੁਹਾਡੇ ਬੇਦੀਆਂ ਦੇ ਦਰ ਦਾ ਮਰਾਸੀ ਹਾਂ। ਭਾਈ ਮਰਦਾਨਾ ਜੀ ਬੋਲੇ ਨੇ, ਤੁਸੀਂ ਮੇਰੇ ਮਾਲਕ ਹੋ, ਜਜਮਾਨ ਹੋ, ਮੈਂ ਸਦਾ ਤੁਹਾਡੇ ਤੇ ਆਸ ਰੱਖਦਾ ਹਾਂ। ਮੇਰਾ ਪਾਉਣ ਹੰਡਾਉਣ ਖਾਣ ਪੀਣ ਤੁਹਾਡੇ ਆਸਰੇ ਚੱਲਦਾ ਹੈ। ਅੱਜ ਖੁਸ਼ੀ ਦਾ ਮੌਕਾ ਹੈ, ਮੈਨੂੰ ਵਧਾਈ ਦੇ ਤੌਰ ਤੇ ਕੁਝ ਦਾਨ ਕਰੋ। ਲੋਕਾਈ ਦੀਆਂ ਝੋਲੀਆਂ ਭਰਨ ਵਾਲੇ ਬਾਪੂ ਗੁਰੂ ਨਾਨਕ ਸਾਹਿਬ ਕਹਿੰਦੇ, ਭਾਈ ਮਰਦਾਨਾ ਜੀ, ਜੋ ਚਾਹੋ ਮੰਗ ਲਓ, ਹਰ ਮੁਰਾਦ ਪੂਰੀ ਹੋਵੇਗੀ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਸਤਿਗੁਰ ਸੇਵਨ ਸਦਾ ਸੁਖ ਦਾਤਾ, ਸਭ ਇੱਛਾ ਆਪ ਪੁਜਾਵਣਿਆ। ਜਿਹੜੇ ਗੁਰੂ ਦੀ ਸੇਵਾ ਕਰਦੇ ਨੇ, ਗੁਰੂ ਸੁੱਖਾਂ ਦਾ ਦਾਤਾ ਹੈ, ਪਰਮੇਸ਼ਵਰ ਦਾ ਸਰਗੁਣ ਸਰੂਪ ਹੈ, ਹਰ ਇੱਛਾ ਦੀ ਪੂਰਤੀ ਕਰਨ ਦੇ ਸਮਰੱਥ ਹੈ। ਉਹ ਜਿਹੜਾ ਵੀ ਸੇਵਾ ਕਰੇਗਾ, those who serve the true Guru, their all desires will be fulfilled। ਸਭ ਦਾਤਾਂ ਉਹਨਾਂ ਨੂੰ ਮਿਲ ਜਾਣਗੀਆਂ। ਭਾਈ ਮਰਦਾਨਾ ਜੀ ਨੇ ਅੱਗੋਂ ਜਵਾਬ ਦਿੱਤਾ, ਮਹਾਰਾਜ, ਮੈਨੂੰ ਤੁਹਾਡੇ ਤੇ ਭਰੋਸਾ ਹੈ। ਵੱਡੇ ਵੱਡੇ ਰਾਜੇ ਵੀ ਰੱਜ ਨਹੀਂ ਬਖਸ਼ ਸਕਦੇ, ਤੁਸੀਂ ਏਡੇ ਸਖੀ ਹੋ, ਜਿਹੜਾ ਤੁਹਾਡੇ ਤੋਂ ਮੰਗਦਾ ਹੈ ਐਸੀ ਝੋਲੀ ਭਰਦੇ ਉਹਦਾ ਮੰਗਣਾ ਮੁੱਕ ਜਾਂਦਾ ਹੈ। ਮੈਨੂੰ ਅੱਜ ਕੱਪੜਾ ਨਹੀਂ ਚਾਹੀਦਾ, ਰੋਟੀ ਨਹੀਂ ਚਾਹੀਦੀ, ਧਨ ਧਾਨ ਨਹੀਂ ਮੈਂ ਤੁਹਾਡੇ ਤੋਂ ਮੰਗ ਰਿਹਾ। ਇਹ ਸਦੀਵੀ ਨਹੀਂ ਹੈ। ਤੁਸੀਂ ਬਾਣੀ 'ਚ ਪੜ੍ਹਦੇ ਹੋ ਨਾ, ਰੋਜ਼ ਬਿਨ ਸਜਾਏ ਜੋ ਨਿਮਖ ਮਹਿ ਸੋ ਅਲਪ ਸੁਖ ਭਨੀਐ। ਇਹਦੀ ਕਾਹਦੀ ਖੁਸ਼ੀ ਹੈ ਦੌਲਤਾਂ ਸ਼ੋਹਰਤਾਂ ਦੀ, ਇਹ ਮਿਟ ਜਾਂਦੀਆਂ ਨੇ। ਦੇਖਦਿਆਂ ਦੇਖਦਿਆਂ ਹੱਥੋਂ ਸਭ ਰੇਤ ਵਾਂਗੂ ਕਿਰ ਜਾਂਦਾ ਹੈ। ਝੱਟ ਜਵਾਨੀ ਲੰਘ ਜਾਂਦੀ ਹੈ, ਬੁਢੇਪਾ ਆ ਜਾਂਦਾ ਹੈ, ਭੋਗਣ ਜੋਗੇ ਕਿੱਥੇ ਰਹਿੰਦੇ ਆ। ਇਹ ਦੌਲਤਾਂ ਸ਼ੋਹਰਤਾਂ ਨਹੀਂ ਚਾਹੀਦੀਆਂ। ਗੁਰੂ ਨਾਨਕ ਸਾਹਿਬ, ਕੁਝ ਐਸਾ ਦਿਓ ਜਿਹਦੇ ਨਾਲ ਮਨ ਰੱਜ ਜਾਵੇ, ਜਿਹਦੇ ਨਾਲ ਮੰਗਣਾ ਮੁੱਕ ਜਾਵੇ, ਜੋ ਸਦੀਵੀ ਰਵੇ। ਨਾਨਕ ਪ੍ਰਕਾਸ਼ ਦੇ ਬੋਲ ਨੇ, ਮਨ ਗੁਣ ਕੇ ਭਨਹੀ ਮਰਦਾਨਾ, ਸੋ ਦੀਜੈ ਜੋ ਨੀਕੋ ਜਾਨਾ। ਔਰ ਤੁਹਾਨੂੰ ਜੋ ਚੰਗਾ ਲੱਗਦਾ ਹੈ ਉਹ ਦਿਓ। ਮਹਾਰਾਜ ਤਰੁੱਠ ਪਏ ਨੇ। ਨਾਨਕ ਪ੍ਰਕਾਸ਼ ਦੇ ਬੋਲ ਨੇ, ਬੋਲੇ ਕਮਲ ਨੈਣ ਤੁਝ ਦੀਨੋ, ਬਾਦਤ ਤੰਤ ਬਜਾਵਨ ਚੀਨੋ। ਭਾਈ ਮਰਦਾਨਾ ਜੀ, ਤੰਦੀ ਵਾਲੇ ਸਾਜ ਭਾਵ ਰਬਾਬ ਦੇ ਵਜਾਵਣ ਦੀ ਜਾਚ ਤੁਹਾਨੂੰ ਬਖਸ਼ਦੇ ਆ। ਕਹਿੰਦਾ ਜੀ, ਮੈਂ ਭੱਟ ਹਾਂ, ਮੈਂ ਗਵਈਆ ਹਾਂ, ਗਾ ਤੇ ਮੈਂ ਬੜਾ ਸੋਹਣਾ ਲੈਣਾ, ਪਰ ਮੈਨੂੰ ਰਬਾਬ ਨਹੀਂ ਵਜਾਉਣੀ ਆਉਂਦੀ। ਗੁਰੂ ਨਾਨਕ ਸਾਹਿਬ ਕਹਿੰਦੇ, ਅੱਜ ਤੋਂ ਰਬਾਬ ਵੱਜੇਗੀ। ਪਰ ਇੱਕ ਗੱਲ ਸੁਣਿਓ ਮੇਰੀ, ਅੱਗੇ ਤੁਸੀਂ ਲੋਕਾਂ ਦੇ ਦਰ ਤੇ ਗਾਇਆ ਹੈ, ਲੋਕਾਂ ਦੇ ਲਈ ਗਾਇਆ ਹੈ, ਪਾਉਣ ਹੰਡਾਉਣ ਦੀ ਪੂਰਤੀ ਦੇ ਲਈ ਲੋਕਾਂ ਅੱਗੇ ਹੱਥ ਅੱਡੇ ਨੇ। ਉਹ ਕੁਝ ਨਾ ਕੁਝ ਤੁਹਾਡੀ ਝੋਲੀ ਪਾ ਦਿੰਦੇ ਸਨ, ਤੁਸੀਂ ਹੰਡਾਉਂਦੇ ਸੀ, ਇੱਕ ਦਿਨ ਫਿਰ ਮੁੱਕ ਜਾਂਦਾ ਸੀ, ਤੁਸੀਂ ਫਿਰ ਗਾਉਂਦੇ ਸੀ, ਫਿਰ ਮੰਗਦੇ ਸੀ, ਦਾਤ ਮਿਲਦੀ ਸੀ, ਫਿਰ ਮੁੱਕ ਜਾਂਦੀ ਸੀ। ਇਸ ਤਰ੍ਹਾਂ ਕਰਦੇ ਕਰਦੇ ਤੁਸੀਂ ਮੰਗਤੇ ਹੋ ਨਿਬੜੇ। ਜੀਵਨ ਅਜਾਈਂ ਲੰਘਦਾ ਗਿਆ।
ਨਾਨਕ ਪ੍ਰਕਾਸ਼ ਦੇ ਬੋਲ ਨੇ। ਗੁਰੂ ਨਾਨਕ ਸਾਹਿਬ ਕਹਿੰਦੇ, ਹਰ ਗੁਣ ਗਾਵਨ ਕੇ ਰਸ ਮਾਹੀ, ਪਰਚੇ ਮਨ ਅਵਗੁਣ ਮਿਟ ਜਾਹੀ। ਅੱਜ ਤੋਂ ਭਾਈ ਮਰਦਾਨਾ ਜੀ, ਤੁਸੀਂ ਲੋਕਾਈ ਅੱਗੇ ਨਹੀਂ ਗਾਉਣਾ, ਕ੍ਰਿਤ ਅੱਗੇ ਨਹੀਂ ਗਾਉਣਾ, ਕਰਤੇ ਅਕਾਲ ਪੁਰਖ ਲਈ ਗਾਉਣਾ ਹੈ, ਗੁਰੂ ਪਰਮੇਸ਼ਰ ਲਈ ਗਾਉਣਾ ਹੈ। ਲੋਕਾਂ ਲਈ ਗਾਇਆ ਤੇ ਮੰਗਤੇ ਬਣ ਗਏ। ਸਾਡੇ ਨਾਲ ਰਹਿ ਕੇ ਪਰਮਾਤਮਾ ਦੇ ਗੀਤ ਗਾਓਗੇ, ਪ੍ਰਭੂ ਦੀ ਉਸਤਤੀ ਗਾਓਗੇ, ਵਿਕਾਰ ਮਿਟ ਜਾਣਗੇ, ਹਿਰਦਾ ਸ਼ੁੱਧ ਹੋ ਜਾਵੇਗਾ, ਮੁਕਤੀ ਹਾਸਲ ਹੋ ਜਾਵੇਗੀ, ਤ੍ਰਿਸ਼ਨਾ ਮਿਟ ਜਾਵੇਗੀ, ਝੋਲੀਆਂ ਭਰ ਜਾਣਗੀਆਂ, ਮੰਗਣਾ ਮੁੱਕ ਜਾਵੇਗਾ, ਲੋਕ ਪਰਲੋਕ ਸੌਰ ਜਾਵੇਗਾ। ਰੱਜ ਰੱਬ ਹੀ ਬਖਸ਼ਦਾ ਹੈ, ਬੰਦਾ ਕਿਸੇ ਨੂੰ ਰਜਾ ਨਹੀਂ ਸਕਿਆ। ਤੁਸੀਂ ਰੋਜ਼ ਬਾਣੀ ਵਿੱਚ ਪੜ੍ਹਦੇ ਹੋ, ਮਾਨੁਖ ਕੀ ਟੇਕ ਬਰਥੀ ਸਭ ਜਾਨ, ਦੇਵਨ ਕੋ ਏਕੈ ਭਗਵਾਨ, ਜਿਸ ਕੈ ਦੀਐ ਰਹੈ ਆਕਾਏ, ਬਹੁਰ ਨਾ ਤ੍ਰਿਸ਼ਨਾ ਲਾਗੈ ਆਏ। ਬੰਦੇ ਦੀ ਟੇਕ ਧਾਰੀ ਹੈ, ਵਿਅਰਥ ਹੈ, ਕਿੰਨਾ ਦਵੇਗਾ? ਰੰਚਕ ਮਾਤਰ। ਇੱਕ ਦੋ ਦਿਨ ਮੰਗੋਗੇ ਦੇ ਦਵੇਗਾ, ਰੋਜ਼ ਜਾਓਗੇ ਡਾਂਗ ਫੜ ਕੇ ਮੋਰਾਂ 'ਚ ਛੱਡੇਗਾ ਵੀ ਮੈਂ ਸਭ ਕੁਝ ਤੈਨੂੰ ਲੁਟਾ ਦਿਆਂ, ਹੁਣ ਆਪ ਨਾ ਖਾਵਾਂ ਕੁਝ। ਬੰਦਾ ਰੱਜ ਨਹੀਂ ਬਖਸ਼ ਸਕਦਾ, ਪਰਮਾਤਮਾ ਰੱਜ ਬਖਸ਼ਣ ਵਾਲੇ ਨੇ। ਔਰ ਐਸਾ ਰੱਜ ਸੰਤੋਖ ਬਖਸ਼ ਦਿੰਦੇ ਨੇ, ਮੰਗਣਾ ਹੀ ਮੁੱਕ ਜਾਂਦਾ ਹੈ, ਲਾਲਚ ਰਹਿੰਦਾ ਹੀ ਕੋਈ ਨਹੀਂ। ਨਾਮ ਦਾ ਜਲ, ਨਾਮ ਦੀ ਵਰਖਾ ਤ੍ਰਿਸ਼ਨਾ ਦੀ ਅੱਗ ਬੁਝਾ ਦਿੰਦੀ ਹੈ। ਗੁਰੂ ਨਾਨਕ ਸਾਹਿਬ ਕਹਿੰਦੇ, ਭਾਈ ਮਰਦਾਨਾ ਜੀ, ਲੋਕਾਂ ਨੂੰ ਖੁਸ਼ ਕਰਨ ਲਈ ਗਾਉਂਦੇ ਰਹੇ ਹੋ, ਮੰਗਤੇ ਬਣੇ ਰਹੇ ਹੋ, ਤ੍ਰਿਸ਼ਨਾ ਨਹੀਂ ਮਿਟੀ। ਰੱਬ ਨੂੰ ਖੁਸ਼ ਕਰਨ ਲਈ ਗਾਓ, ਦਾਤੇ ਬਣ ਜਾਓਗੇ, ਲੋਕਾਂ ਨੂੰ ਦੇਣ ਵਾਲੇ ਬਣ ਜਾਓਗੇ। ਬਾਣੀ ਦਾ ਫਰਮਾਨ ਹੈ ਨਾ, ਸਤਿਗੁਰ ਮਿਲਿਆ ਉਲਟੀ ਭਈ, ਨਵ ਨਿਧ ਖਰਚਿਓ ਖਾਓ, 18 ਸਿੱਧੀ ਪਿਛੈ ਲੱਗੀਆਂ ਫਿਰਨ, ਨਿਜ ਘਰ ਵਸੈ ਨਿਜ ਥਾਏ। ਮਹਾਰਾਜ ਕਹਿੰਦੇ ਨੇ, ਗੁਰੂ ਦੇ ਦਰ ਤੇ ਗਾਓ, ਗੁਰੂ ਦੇ ਦਰ ਦੀ ਸੇਵਾ ਕਰੋ, ਪਰਮਾਤਮਾ ਦੇ ਗੀਤ ਗਾਓ। 18 ਸਿੱਧੀਆਂ ਅਜ਼ਮਤਾਂ ਕਰਾਮਾਤਾਂ ਤੁਹਾਡੇ ਪਿੱਛੇ ਪਿੱਛੇ ਫਿਰਨਗੀਆਂ। 18 ਸਿੱਧੀਆਂ ਬਾਬਤ ਸਮਝਿਓ, ਦਾ 18 ਸੁਪਰਨੈਚੁਰਲ ਪਾਵਰਸ, ਮਿਰਾਕੂਲਸ ਪਾਵਰਸ, ਜੋ ਤੁਹਾਨੂੰ ਹਾਸਲ ਹੋ ਜਾਣਗੀਆਂ। ਭਗਤ ਮੁਖੇ ਤੇ ਬੋਲਦੇ ਸੇ ਵਚਨ, ਹੋਵੰਦੇ ਜੋ ਬਚਨ ਕੱਢੋਗੇ ਪੂਰਾ ਹੋਵੇਗਾ। ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਜਿਹੜੇ ਸਿੱਖ ਨੇ, ਅਕਾਲ ਪੁਰਖ ਨੂੰ ਜਿਹੜੇ ਧਿਆਉਣ ਵਾਲੇ ਨੇ, ਜਿਹੜੇ ਗੁਰੂ ਦੀ ਮੱਤ ਤੇ ਚੱਲਦੇ ਨੇ, ਉਹੀ ਸੁਗੜ ਸੁਜਾਨ ਨੇ। ਉਹਨਾਂ ਦੀ ਦੁਨੀਆ ਤੇ ਵਡਿਆਈ ਹੈ, ਜਿਵੇਂ ਭਾਈ ਮਰਦਾਨੇ ਦੀ ਵਡਿਆਈ ਹੈ, ਜਿਨ੍ਹਾਂ ਗੁਰੂ ਦੇ ਹੁਕਮ ਵਿੱਚ ਜੀਵਨ ਬਤੀਤ ਕੀਤਾ, ਜਿਨ੍ਹਾਂ ਸਤਿਗੁਰ ਜੀਵਦਿਆਂ ਮੋਇਆ ਨਾ ਵਿਸਰੈ, ਸੇਈ ਪੁਰਖ ਸੁਜਾਨ, ਕੁੱਲ ਉਧਾਰੇ ਆਪਣਾ, ਸੋ ਜਨ ਹੋਵੇ ਪ੍ਰਵਾਨ। ਮਹਾਰਾਜ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਜਿਹੜੇ ਗੁਰੂ ਦੇ ਦਰ ਤੇ ਸੇਵਾ ਕਰਨ, ਜੀਵਦਿਆਂ ਮੋਇਆ ਭਾਵ ਕਿਧਰੇ ਵੀ ਗੁਰੂ ਦਾ ਚੇਤਾ ਨਾ ਭੁਲਾਉਣ, ਉਹੀ ਸੁਜਾਨ ਨੇ, ਸੁਗੜ ਨੇ, ਸੋਭਨੀਕ ਨੇ। ਆਪ ਤੇ ਮੁਕਤ ਹੋਣਗੇ, ਆਪਣੀਆਂ ਕੁੱਲਾਂ ਨੂੰ ਵੀ ਨਜ਼ਾਤ ਦਵਾ ਲੈਣਗੇ। देयर ਫੈਮਲੀਜ਼ ਆਰ ਸੇਵਡ ਐਂਡ ਦੇ ਆਰ ਅਪਰੂਵਡ ਬਾਈ ਦਾ ਲਾਰਡ। ਖੁਦਾ ਦੇ ਦਰ ਤੇ ਉਹ ਪ੍ਰਵਾਨ ਹੋ ਜਾਂਦੇ ਨੇ, ਸੁਗੜ ਸਰੂਪ ਅਖਵਾਉਂਦੇ ਨੇ। ਜੋ ਸੰਸਾਰ ਨਾਲ ਜੁੜੇ ਰਹਿੰਦੇ ਨੇ, ਮਨਮੁਖ, ਉਹ ਕਰੂਪ ਅਖਵਾਉਂਦੇ ਨੇ, ਉਹਨਾਂ ਨੂੰ ਲਾਹਨਤਾਂ ਪੈਂਦੀਆਂ ਨੇ। ਅੱਗੇ ਔਗਣ ਹਾਰਿਆਂ ਬੰਦਿਆਂ ਬਾਬਤ ਗੁਰੂ ਨਾਨਕ ਸਾਹਿਬ ਪਾਤਸ਼ਾਹ ਫੁਰਮਾਨ ਕਰਦੇ ਨੇ, ਇਕ ਨਾ ਨਾਦ ਨਾ ਬੇਦ ਨਾ ਗੀ ਰਸ, ਰਸ ਕਸ ਨਾ ਜਾਣੰਤ। ਕੁਝ ਦੁਨੀਆ ਤੇ ਐਸੇ ਲੋਕ ਨੇ ਜਿਨ੍ਹਾਂ ਨੂੰ ਸ਼ਬਦ ਦਾ ਰਸ ਆਇਆ ਹੀ ਨਹੀਂ ਹੈ, ਮਨਮੁਖ ਨੇ ਉਹ। ਨਾਦ ਲਫ਼ਜ਼, ਸ਼ਬਦ ਨੂੰ, ਆਵਾਜ਼ ਨੂੰ, ਧਵਨੀ ਨੂੰ ਨਾਦ ਕਹਿ ਦਿੰਨੇ ਆ ਆਪਾਂ। ਇਹਦੀ ਕਈਆਂ ਨੂੰ ਸਮਝ ਨਹੀਂ ਹੁੰਦੀ, ਨਾ ਰਾਗ ਵਿਦਿਆ ਦਾ ਹੀ ਕੋਈ ਗਿਆਨ ਹੈ, ਨਾਦ ਵਿਦਿਆ ਬਾਬਤ ਹੀ ਕੁਝ ਜਾਣਦੇ ਨੇ। ਵੈਸੇ ਨਾਦ ਉਸ ਸ਼ਬਦ ਨੂੰ ਵੀ ਆਪਾਂ ਕਹਿ ਦਿੰਨੇ ਹਾਂ
ਜੋ ਅਨਹਤ ਵੱਜਦਾ ਹੈ। ਪਰਮਾਤਮਾ ਦਾ ਜੋ ਨਾਮ ਜਪਣ ਵਾਲੇ ਮਹਾਂਪੁਰਸ਼ ਨੇ, ਉਹਨਾਂ ਦੇ ਅੰਦਰੋਂ ਇੱਕ ਅਕਾਲ ਪੁਰਖ ਦੀ ਜਿਹੜੀ ਆਵਾਜ਼ ਹੈ ਉਹ ਸਦਾ ਲਈ ਪ੍ਰਗਟ ਹੋ ਜਾਂਦੀ ਹੈ। ਅਨਹਤ ਵਾਜੇ ਵੱਜ ਪੈਂਦੇ ਨੇ ਬਿਨਾਂ ਸਾਜ਼ਾਂ ਤੋਂ। ਪ੍ਰਭ ਕੈ ਸਿਮਰਨ ਅਨਹਦ ਚੁਨਕਾਰ। ਮਹਾਰਾਜ ਕਹਿੰਦੇ ਲੋਕ ਦੁਨੀਆ ਤੇ ਐਸੇ ਨੇ ਜਿਨ੍ਹਾਂ ਨੂੰ ਨਾਦ ਦੀ ਸਮਝ ਨਹੀਂ, ਭਾਵ ਉਹ ਕੋਈ ਗਵਈਏ ਵੀ ਨਹੀਂ, ਉਹ ਰਾਗ ਸਾਜ ਜਾਣਦੇ ਹੀ ਨਹੀਂ, ਉਹਨਾਂ 'ਚ ਗੁਣ ਹੈ ਨਹੀਂ ਹੈ। ਦੂਸਰਾ ਲਫ਼ਜ਼ ਵਰਤਿਆ ਹੈ ਵੇਦ। ਕੁਝ ਐਸੇ ਲੋਕ ਨੇ ਦੁਨੀਆ ਤੇ ਜਿਨ੍ਹਾਂ ਨੂੰ ਧਾਰਮਿਕ ਗ੍ਰੰਥਾਂ ਦਾ ਕੋਈ ਗਿਆਨ ਨਹੀਂ, ਕੋਈ ਇਲਮ ਨਹੀਂ ਹੈ, ਕੋਈ ਸਮਝ ਨਹੀਂ ਹੈ, ਕੁਝ ਨਹੀਂ ਜਾਣਦੇ ਉਹ ਧਰਮਾਂ ਬਾਬਤ। ਗੀਤ ਦਾ ਮਤਲਬ ਹੁੰਦਾ ਹੈ ਜੋ ਗਾਉਣ ਯੋਗਯ ਹੈ, ਗੀਤ। ਨਾ ਗੀ ਰਸ, ਗੀ ਦਾ ਮਤਲਬ ਗਿਆਤ ਨਾ ਹੋਣੀ, ਜਿਨ੍ਹਾਂ ਨੂੰ ਸ਼ਬਦ ਦਾ ਗਿਆਨ ਨਹੀਂ, ਵੇਦ ਦਾ ਗਿਆਨ ਨਹੀਂ। ਰਸ ਕਸ ਨਾ ਜਾਣੰਤ, ਉਹਨਾਂ ਕੋਲ ਕੋਈ ਵੀ ਕੋਮਲ ਹੁਨਰ ਨਹੀਂ ਹੈ ਦੁਨੀਆ ਦੇ ਉੱਤੇ। ਰਸ ਲਫ਼ਜ਼ ਜੇ ਤੁਸੀਂ ਡੂੰਘਾਈ ਵਿੱਚ ਜਾਓ ਤੇ ਇਹਦਾ ਭਾਵ ਹੁੰਦਾ ਹੈ ਜੋ ਅਸੀਂ ਗਲੂਏ ਨਾਲ, ਜ਼ੁਬਾਨ ਨਾਲ ਚੱਖਦੇ ਹੈ ਨਾ, ਸਵਾਦ ਆਉਂਦਾ ਹੈ, ਚਾਹੇ ਸਲੋਨਾ ਹੈ, ਮਿੱਠਾ ਹੈ, ਉਹਨੂੰ ਆਪਾਂ ਰਸ ਕਹਿ ਦਿੰਦੇ ਹਾਂ। ਕਸ ਲਫ਼ਜ਼ ਜਿਹੜਾ ਹੈ, ਕਸ ਦਾ ਭਾਵ ਪਰਖ ਲਿਆ ਜਾਂਦਾ ਹੈ, ਕਸਵੱਟੀ ਦੀ ਕਸ। ਭਾਵ ਇਹਨਾਂ ਨੂੰ ਨਾ ਸ਼ਬਦ ਦੀ, ਨਾਦ ਦੀ, ਰਾਗ ਦੀ ਪਰਖ ਹੈ, ਨਾ ਰਸਾਂ ਕਸਾਂ ਦੀ ਕੋਈ ਪਰਖ ਹੈ। ਕਿਹੜਾ ਰਸ ਸ਼ੋਭਨੀਕ ਹੈ, ਕਿਹੜਾ ਵਿਕਾਰੀ ਰਸ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਰਸ ਜਾਂ ਨਿਰੰਕਾਰ ਦਾ ਰਸ ਕਿਹੜਾ ਮੰਨਣਾ ਚਾਹੀਦਾ ਹੈ, ਕੋਈ ਸਮਝ ਨਹੀਂ ਰੱਖਦੇ। ਐਸੇ ਜਿਹੜੇ ਦੁਨੀਆ ਤੇ ਲੋਕ ਨੇ, ਨਿਰਗੁਣਿਆਰੇ ਨੇ। ਅੱਗੇ ਵੀ ਉਹਨਾਂ ਬਾਬਤ ਗੁਰੂ ਨਾਨਕ ਸਾਹਿਬ ਆਖਣ ਲੱਗੇ ਨੇ, ਇੱਕ ਨਾ ਸਿੱਧ ਨਾ ਬੁੱਧ ਨਾ ਅਕਲ ਸਰ, ਅੱਖਰ ਕਾ ਭਿਓ ਨਾ ਲਹੰਤ। ਕਹਿੰਦੇ ਇਹ ਅਗਿਆਨ ਵਿੱਚ ਐਸੇ ਡੂੰਘੇ ਧਸੇ ਹੋਏ ਨੇ, ਰੱਬ ਦੇ ਗੀਤ ਗਾਏ ਨਾ, ਇਹਨਾਂ ਕੋਲ ਕੋਈ ਸਿੱਧੀ ਵੀ ਹੈ ਨਹੀਂ ਹੈ, ਅਲੌਕਿਕ ਕਰਾਮਾਤ, ਅਜ਼ਮਤ ਵੀ ਇਹਨਾਂ ਕੋਲ ਹੈ ਨਹੀਂ ਹੈ। ਬੁੱਧ ਨਾ, ਉੱਤਮ ਬੁੱਧੀ ਵੀ ਇਹਨਾਂ ਕੋਲ ਹੈ ਨਹੀਂ ਹੈ। ਜੀਵਨ ਵਿੱਚ ਕਿਹੜਾ ਕਦਮ ਪੁੱਟਣਾ ਹੈ, ਕਿਹੜਾ ਨਹੀਂ ਪੁੱਟਣਾ, ਇਹਨਾਂ ਨੂੰ ਕੋਈ ਸਮਝ ਨਹੀਂ ਹੈ। ਬੁੱਧੀ ਕੀ ਹੁੰਦੀ ਹੈ? ਅੰਦਰਲੀ ਸ਼ਕਤੀ, ਅਗੋਚਰ ਸ਼ਕਤੀ, ਜੋ ਨਿਰਣਾ ਕਰਦੀ ਹੈ ਵੀ ਇਹ ਠੀਕ ਹੈ ਜਾਂ ਇਹ ਗਲਤ ਹੈ। ਸਿਆਣਪ ਉਹਨਾਂ ਕੋਲ ਉੱਕੀ ਹੈ ਨਹੀਂ ਹੈ। ਅਕਲ ਸਰ, ਅਕਲ ਅਰਬੀ ਦਾ ਲਫ਼ਜ਼ ਹੈ, ਆਪਾਂ ਪੰਜਾਬੀ 'ਚ ਵਰਤਨੇ ਵੀ ਤੈਨੂੰ ਅਕਲ ਹੀ ਹੈ ਨਹੀਂ, ਇਹ ਅਰਬੀ ਦਾ ਲਫ਼ਜ਼ ਹੈ, ਬੁੱਧੀ ਨੂੰ ਕਹਿੰਦੇ ਨੇ। ਅਕਲ ਸਰ, ਸਰ ਸਰੋਵਰ ਨੂੰ ਕਹਿੰਦੇ ਨੇ। ਇਹ ਕੋਈ ਅਕਲ ਦੇ ਸਰੋਵਰ ਵੀ ਨਹੀਂ, ਭਾਵ ਇਹਨਾਂ ਨੂੰ ਕੋਈ ਦੁਨਿਆਵੀ ਸਿਆਣਪ ਵੀ ਨਹੀਂ ਆਉਂਦੀ। ਅੱਖਰ ਦਾ ਮਤਲਬ ਹੈ ਉਹ ਚਿੰਨ੍ਹ ਜੋ ਸਾਡੀ ਆਵਾਜ਼ ਦਾ ਰੂਪ ਬਣ ਕੇ ਕਾਗਜ਼ ਤੇ ਚਿੱਤਰੇ ਜਾਂਦੇ ਨੇ। ਵਰਣਮਾਲਾ ਦਾ ਹਰਫ, ਉਪਦੇਸ਼। ਇੱਥੇ ਅੱਖਰ ਦਾ ਭਾਵ ਲੈਣਾ ਹੈ ਗੁਰਾਂ ਦਾ ਸ਼ਬਦ, ਮਹਾਂਪੁਰਸ਼ਾਂ ਦੇ ਬਚਨ। ਇਹਨਾਂ ਨੂੰ ਕੋਈ ਭੇਦ ਨਹੀਂ ਹੈ ਮਨਮੁਖਾਂ ਨੂੰ ਵੀ ਇਹ ਬਚਨ ਕੈਸੀ ਤਾਕਤ ਰੱਖਦੇ ਨੇ, ਕਿਵੇਂ ਜੀਵਨ ਸਵਾਰਦੇ ਨੇ। ਦੂਸਰਾ ਭਾਵ ਇਹਨਾਂ ਨੂੰ ਅੱਖਰ ਦਾ ਭਿਓ ਨਹੀਂ ਹੈ, ਅੱਖਰ ਦਾ ਗਿਆਨ ਨਹੀਂ ਹੈ। ਕਈ ਵਾਰ ਤੁਸੀਂ ਵੇਖੇ ਨੇ ਨਾ, ਐਸੇ ਅਗਿਆਨੀ ਲੋਕ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਕੁਤਰਕ ਕਰਦੇ ਨੇ, ਦਸਮ ਬਾਣੀ ਤੇ ਕੁਤਰਕ ਕਰਦੇ ਨੇ, ਇਤਿਹਾਸ ਤੇ ਕੁਤਰਕ ਕਰਦੇ ਨੇ। ਅਸਲ ਦੇ ਵਿੱਚ ਉਹਨਾਂ ਨੂੰ ਅੱਖਰ ਦਾ ਭੇਦ ਹੀ ਨਹੀਂ ਹੈ। ਆਉਂਦੀ ਤੇ ਆਪਣੀ ਮਦਰ ਟੰਗ ਉਹਨਾਂ ਨੂੰ ਪੰਜਾਬੀ ਨਹੀਂ, ਤੇ ਬਾਣੀ ਵਿੱਚ ਤੇ ਅਰਬੀ, ਫਾਰਸੀ, ਸੰਸਕ੍ਰਿਤ, ਬ੍ਰਿਜ ਭਾਸ਼ਾ, ਬੇਅੰਤ ਭਾਸ਼ਾਵਾਂ ਨੇ। ਸੋ ਅੱਖਰ ਦਾ ਭਿਓ ਨਾ ਹੋਣ ਕਰਕੇ ਐਸੇ ਲੋਕ ਤਰਕ ਕੁਤਰਕ ਵਿੱਚ ਪਏ ਰਹਿੰਦੇ ਨੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਇਹਨਾਂ ਵਿੱਚ ਕੋਈ ਗੁਣ ਹੈ ਨਹੀਂ ਹੈ, ਨਾ ਕੋਈ ਰਿੱਧ, ਨਾ ਕੋਈ ਸਿੱਧ, ਨਾ ਕੋਈ ਬੁੱਧ, ਨਾ ਕੋਈ ਅੱਖਰ ਦਾ ਭੇਦ, ਨਾ ਕੋਈ ਰਾਗ ਦਾ ਭੇਦ, ਨਾ ਕੋਈ ਨਾਦ ਦਾ ਭੇਦ। ਕੋਈ ਵੀ ਇਹ ਭੇਦ ਨਹੀਂ ਜਾਣਦੇ। ਅੱਗੇ ਮਹਾਰਾਜ ਆਖਣ ਲੱਗੇ, ਨਾਨਕ ਤੇ ਨਰ ਅਸਲ ਖਰ, ਜੇ ਬਿਨ ਗੁਣ ਗਰਭ ਕਰੰਤ।
महाराज कहंदे असल खोते गधे ये लोग ने। महाराज जी क्यों? कहंदे मूर्खां कोल गुण कोई भी नहीं है ते हंकार इदां चुकी फिरदे ने जिवें चतुर भगते होण। हंकार इदां चुकी फिरदे ने जिवें इन्हां वर्गा कोई ज्ञानी ना होवे। बातां इदां पाउणगे राग दियां, रागियां विच नुक्स इदां कढणगे जिवें सारे ही राग जाणदे होण। महाराज कहंदे गुण कोई भी नहीं है, निरे खोते ने, पशु बिरती ने ते तर्क कुतर्क हर चीज ते ही साधी जांदे ने, बिना मंगिया ही सलाह देई जानी। कदे गुरु घर दी मर्यादा च नुक्स कढ़ देना, कदे गुरु के वजीर नूं मंदा कह देना, कदे सेवादारां नूं बुरा भला कह देना। मतलब उन्हां दा कर्म ही ये है, जिथे भी बह जाना नुक्स ही कढ़ने ने। अपने आप नूं आला समझना भी मेरे वर्गा कोई दूसरा पैदा ही नहीं होया। वो चलो जिहदे कोल गुण ने उन्हें हंकार कर लिया। कुछ मनण विच आई गल भी किसे गुण दा ही हंकार कर रहा है, पर कलयुग दे समय विच हंकार ही औगणियारे करदे ने जिन्हां कोल गुण भी कोई नहीं है। महाराज कहंदे ने those people are really like donkeys, they have no virtue। कोई उन्हां कोल गुण नहीं है, नो मैरिट, कोई उन्हां कोल मरातबा नहीं है, बट स्टिल दे आर वेरी प्राउड। फिर भी हंकार चुकी फिरदे ने, खोते वांगू हिणकदे रहिंदे ने, पछंडे मारदे रहिंदे ने, वाद विवाद करदे रहिंदे ने, झगड़े करदे रहिंदे ने। महाराज कहंदे असल ये खोते ने, असल ये खर ने। देखो हंकार बंदे नूं डुबा दिंदा है। गर्भ बड़ो मूल इतनो, रहन नहीं गहो कितनो। महाराज आखण लगे इना हंकार चुकी फिरदा है। अपना मूल ते थोड़ा जिहा ध्यान नाल वेख्या कर, पैदा कित्थों होया है। रंचक रेत खेत तन निर्मत, दुर्लभ देह सवार धरी। रक्त बीरज तो गंदगी दे पलीत कतरे तो शरीर पैदा होया तेरा। सोहना जिहा चम ला के टकिया है रब ने, कादे लई उछलदा है। एक दिन पलीतता विच ही मिट जाना है, लहू वह तुरना है, मास झड़ जाना है, मिट्टी हो जाना है। मिट्टी दा कादा मान है जदों रहना नहीं है दुनिया ते। पर मेरी मेरी करदा है, मैं करदा है, मेरे वर्गा कोई दूजा नहीं। इन्ना गर्भ चुकी फिरदा है, डुबेगा बड़े बड़े अहंकारिया नानक गर्भ गले। बंदा जदों भी डुबिया है हंकार विच ही डुबिया है। हंकारी बंदा 84 लाख जूना विच डुब जांदा है। याद रखियो सुखी बसै मस्कीनियां आप निवार, तले दुनिया ते सुख ओ पाउंदा है जेड़ा मस्कीनी धार लवे, भाव निमाणा हो जावे, निमरता विच रवे, हर एक दा अदब सत्कार करे। ऐसा गर्भ बुरा संसार है, जिस गुर मिलै तिस गर्भ निवारै। गर्भ बुरा है, हंकार डबोंदा है, रोग सोग पैदा करदा है, दुखी करदा है। ये दूर हो जावे, गुरु दी शरण आके नाम जपया करो। गुरु ही गर्भ दे निवारने वाला है। अगे महाराज श्लोक विच हुक्म करदे ने, सो ब्राह्मण जो बिंदै ब्रह्म। हुण भारत वर्ष विच 4 श्रेणियां प्रगट सन, ब्राह्मण क्षत्री शूद वैज। गर्भ सब तो वध ब्राह्मणां नूं सी। असीं उच्चे, असीं ब्रह्म दी अंश, असीं सब तो महान। चौहां वर्णां चों अपने आप नूं श्रेष्ठ समझदे सन। गुरमत ने ब्राह्मणी दी कुख चों पैदा होने वाले नूं श्रेष्ठ नहीं समझिया। गुरमत ने ब्राह्मण आख्या है जो ब्रह्म वेद दी विचार वाला है, परमात्मा दे गीतां दी जो विचार वाला है। जेड़ा ब्रह्म नूं जानेगा, बिंदेगा, समझेगा, वही ब्राह्मण है। जात करके महाराज कहंदे कोई उच्चा नहीं, चम करके कोई नीवा नहीं, सारे इक्के मिट्टी दे साजे हुए हैं ते परमात्मा ही घाड़त घड़न वाला है।
ਗੁਰਮੁਖ ਬ੍ਰਹਮ ਹਰਿਆਵਲਾ ਸਾਚੈ ਸਹਿਜ ਸੁਭਾਏ। ਬ੍ਰਹਮ ਆਖਿਆ ਹੈ ਜੋ ਸਦਾ ਹੀ ਹਰਿਆਵਲਾ ਹੈ, ਜੋ ਸਦਾ ਰਹਿਣ ਵਾਲਾ ਹੈ। ਜਿਹੜਾ ਉਹਦਾ ਭੇਦ ਪਾਵੇਗਾ ਉਹ ਬ੍ਰਾਹਮਣ ਹੈ, ਉਹ ਉੱਚਾ ਹੈ। ਕਬੀਰ ਜੀ ਮਹਾਰਾਜ ਕਹਿੰਦੇ ਨੇ, ਗਰਭ ਵਾਸ ਮਹਿ ਕੁਲ ਨਹੀਂ ਜਾਤੀ, ਬ੍ਰਹਮ ਬਿੰਦ ਤੇ ਸਭ ਉਤਪਾਤੀ। ਇੱਕ ਬ੍ਰਾਹਮਣ ਨਾਲ ਚਰਚਾ ਹੋ ਗਈ, ਉਹ ਕਹਿੰਦਾ ਅਸੀਂ ਉੱਚੇ, ਤੁਸੀਂ ਸ਼ੂਦਰ, ਕਬੀਰ ਜੀ ਨੀਵੇਂ। ਕਬੀਰ ਜੀ ਕਹਿੰਦੇ ਦੇਖ, ਪਰਮਾਤਮਾ ਨੇ ਇਹ ਬ੍ਰਾਹਮਣ ਵਿਦਕਰਾ ਨਹੀਂ ਪਾਇਆ, ਤੂੰ ਦੁਨੀਆ ਤੇ ਆ ਕੇ ਹੀ ਵੰਡੀਆਂ ਪਾਈਆਂ। ਮਾਂ ਦੇ ਪੇਟ ਦੇ ਵਿੱਚ ਬੱਚੇ ਦੀ ਕੋਈ ਜਾਤ ਥੋੜੀ ਹੈ। ਸਾਰੇ ਜੀਵ ਪਰਮਾਤਮਾ ਦੇ ਹੁਕਮ ਵਿੱਚ ਉਤਪਤ ਹੁੰਦੇ ਨੇ। ਸਾਰਿਆਂ ਦਾ ਮੂਲ ਕਾਰਨ ਜੜ ਪਰਮਾਤਮਾ ਹੈ। ਸਾਰੇ ਹੀ ਪਿਤਾ ਦੇ ਪਲੀਤ ਕਤਰੇ ਤੋਂ ਪੈਦਾ ਹੁੰਦੇ ਨੇ। ਕਹੋ ਰੇ ਪੰਡਿਤ ਬਾਮਨ ਕਬ ਕੇ ਹੋਏ, ਬਾਮਨ ਕਹਿ ਕਹਿ ਜਨਮ ਮਤ ਖੋਏ। ਫਿਰ ਤੂੰ ਦੱਸ ਵੀ ਇਹ ਜਿਹੜਾ ਬ੍ਰਾਹਮਣ ਵਾਲਾ ਲਕਬ ਚੁੱਕੀ ਫਿਰਦਾ, ਇਹ ਕਦੋਂ ਤੋਂ ਲਾਇਆ ਹੈ? ਕਦੋਂ ਤੋਂ ਤੁਸੀਂ ਬ੍ਰਾਹਮਣ ਬਣ ਗਏ? ਕਿਉਂ ਇਸ ਗਰਭ ਦੇ ਵਿੱਚ ਜੀਵਨ ਅਜਾਈਂ ਗਵਾਉਂਦੇ ਹੋ ਵੀ ਅਸੀਂ ਬ੍ਰਹਮ ਵਿੱਚ ਅਭੇਦ ਹਾਂ, ਅਸੀਂ ਬ੍ਰਾਹਮਣ ਹਾਂ, ਅਸੀਂ ਉੱਚੇ ਹਾਂ। ਹੰਕਾਰ ਰੱਬ ਨੂੰ ਕਿੱਥੇ ਪਾਉਂਦਾ ਹੈ? ਹਰ ਜੀਓ ਅਹੰਕਾਰ ਨਾ ਭਾਵਈ, ਵੇਦ ਕੂਕ ਸੁਣਾਵੇ। ਹੰਕਾਰ ਤੈਨੂੰ ਚੰਗਾ ਹੀ ਨਹੀਂ ਲੱਗਦਾ। ਕਹਿੰਦੇ ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ, ਤਉ ਆਨ ਬਾਟ ਕਾਹੇ ਨਹੀਂ ਆਇਆ। ਖੈਰ ਕਹਿੰਦੇ ਗਰਭ ਵਿੱਚ ਰਚਨਾ ਹੋ ਗਈ, 10 ਮਾਹ ਉੱਥੇ ਰਹੇ। ਸਾਰਿਆਂ ਦੀ ਜਿਹੜੀ ਉਤਪਤੀ ਹੈ ਉਹ ਗਰਭਵਾਸ ਤੋਂ ਬਾਅਦਾ ਮਾਤਾ ਦੀ ਜੋਨੀ ਤੋਂ ਹੁੰਦੀ ਹੈ, ਗੁਪਤ ਅੰਗ ਤੋਂ ਹੁੰਦੀ ਹੈ। ਜੇ ਤੂੰ ਵੱਖਰਾ ਹੈ ਬ੍ਰਾਹਮਣ ਦੁਨੀਆ ਤੋਂ, ਤੂੰ ਉੱਚਾ ਸੁੱਚਾ ਹੈ, ਤੇ ਤੂੰ ਤੇ ਕਿਧਰੋਂ ਹੋਰੋਂ ਆਉਂਦਾ, ਰੱਬ ਤੋਂ ਹੀ ਡਿੱਗ ਪੈਂਦਾ। ਤੂੰ ਬਣਿਆ ਬਣਾਇਆ ਆਇਆ ਤੇ ਤੂੰ ਵੀ ਜੋਨੀ ਥਾਣੀ ਹੈ, ਰਸਤਾ ਤੇ ਤੇਰਾ ਵੀ ਉਹੀ ਸੀ। ਮਾਣ ਕਾਹਦਾ ਚੁੱਕੀ ਫਿਰਦਾ ਹੈ? ਹੰਕਾਰ ਕਾਹਦਾ ਚੁੱਕਿਆ ਹੈ? ਇਹ ਤੇ ਦੁਨੀਆ ਵਿੱਚ ਆ ਕੇ ਤੂੰ ਵੰਡੀਆਂ ਪਾਈਆਂ ਨੇ। ਤੁਮ ਕਤ ਬ੍ਰਾਹਮਣ ਹਮ ਕਤ ਸੂਦ, ਹਮ ਕਤ ਲੋਹੂ ਤੁਮ ਕਤ ਦੂਧ। ਆਜਾ ਸਰੀਰ ਨੂੰ ਚੀਰ ਕੇ ਵੇਖੀਏ, ਤੇਰੀਆਂ ਰਗਾਂ 'ਚ ਕਿਹੜਾ ਦੁੱਧ ਵਗਦਾ ਹੈ? ਤੂੰ ਤਾਂ ਬ੍ਰਾਹਮਣ ਹੈ। ਸਾਡੀਆਂ ਰਗਾਂ 'ਚ ਲਹੂ ਵਗਦਾ ਹੈ, ਅਸੀਂ ਤਾਂ ਸੂਦ ਹਾਂ। ਤੇਰੀਆਂ ਰਗਾਂ 'ਚ ਵੀ ਬ੍ਰਾਹਮਣ ਲਹੂ ਹੀ ਵਗਦਾ ਹੈ, ਤੇ ਰੰਗ ਲਹੂ ਦਾ ਇੱਕ ਜੈਸਾ ਹੈ। ਕਹੋ ਕਬੀਰ ਜੋ ਬ੍ਰਹਮ ਵਿਚਾਰੈ, ਸੋ ਬ੍ਰਾਹਮਣ ਕਹੀਅਤ ਹੈ ਹਮਾਰਾ। ਅਸਲ ਵਿੱਚ ਬ੍ਰਾਹਮਣ ਉਹ ਹੈ ਜੋ ਪਰਮਾਤਮਾ ਨੂੰ, ਬ੍ਰਹਮ ਨੂੰ ਸਮਝ ਗਿਆ। ਵਨ ਹੂ ਕੰਟੈਂਪਲੇਟਸ ਗੋਡ, ਜਿਹੜਾ ਪਰਮ ਈਸ਼ਵਰ ਨੂੰ ਜਾਣ ਗਿਆ, ਉਹੀ ਬ੍ਰਾਹਮਣ ਦੁਨੀਆ ਤੇ ਅਖਵਾਵੇਗਾ। ਅਸਲ ਵਿੱਚ ਬ੍ਰਹਮ ਦੀ ਅੰਸ਼ ਆਪਾਂ ਸਾਰੇ ਹੀ ਆ। ਜਿਹੜੇ ਕਰਮ ਕਰਕੇ ਨੀਚ ਹੋ ਗਏ, ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿੱਚ ਡੁੱਬ ਗਏ, ਉਹ ਸ਼ੂਦਰ ਨੇ, ਉਹ ਚੰਡਾਲ ਨੇ, ਉਹ ਨੀਵੇਂ ਨੇ। ਉਹਨਾਂ ਲਈ ਚੂੜਾ ਲਫ਼ਜ਼ ਵਰਤ ਸਕਦੇ ਹੋ ਜਿਹੜੇ ਵਿਕਾਰਾਂ 'ਚ ਡੁੱਬੇ ਨੇ। ਬਾਕੀ ਜਿਹੜੇ ਉੱਚੇ ਪਰਮੇਸ਼ਵਰ ਨਾਲ ਜੁੜ ਗਏ, ਊਤਮ ਸੰਗਤ ਊਤਮ ਹੋਵੇ, ਉਹੀ ਉੱਚੇ ਨੇ, ਉਹੀ ਬ੍ਰਹਮ ਵਿੱਚ ਅਭੇਦ ਬ੍ਰਾਹਮਣ ਨੇ। ਇਹ ਸਿਧਾਂਤ ਹੈ ਗੁਰਮਤ ਦਾ। ਚਮ ਕਰਕੇ ਵੰਡ ਨਹੀਂ ਹੈ ਇੱਥੇ ਵਰਣਾ ਦੀ। ਸਿੱਖੀ ਵਿੱਚ ਕਰਮ ਕਰਕੇ ਵੰਡ ਹੈ। ਨੀਵੇਂ ਕਰਮ ਨੀਚ ਜਾਤ, ਉੱਚੇ ਕਰਮ ਉੱਚੀ ਜਾਤ। ਖੱਤਰੀ ਬ੍ਰਾਹਮਣ ਸੂਦ ਵੈਸ, ਉਪਦੇਸ਼ ਚਹੋ ਵਰਨਾ ਕੋ ਸਾਂਝਾ। ਗੁਰਮੁਖ ਨਾਮ ਜਪੈ ਉਧਰੈ, ਸੋ ਕਲ ਮਹਿ ਘਟ ਘਟ ਨਾਨਕ ਮਾਝਾ। ਤੂੰ ਖੱਤਰੀ ਹੈ, ਤੂੰ ਬ੍ਰਾਹਮਣ ਹੈ, ਤੂੰ ਸੂਦ ਹੈ, ਤੂੰ ਵੈਸ ਹੈ। ਗੁਰੂ ਘਰ ਵਿੱਚ ਸਾਰਿਆਂ ਵਰਨਾਂ ਨੂੰ ਸਾਂਝਾ ਉਪਦੇਸ਼ ਹੈ। ਔਰ ਜਿਹੜਾ ਨਾਮ ਜਪ ਕੇ ਪਰਮਾਤਮਾ ਦੇ ਗੀਤ ਗਾ ਕੇ ਉੱਪਰ ਉੱਠ ਗਿਆ, ਉਹਦਾ ਉਧਾਰ ਹੋਇਆ, ਉਹ ਕਲਯੁਗ ਦੇ ਵਿੱਚ ਅਵਲ ਦਰਜੇ ਤੇ ਹੈ, ਉੱਚੀ ਜਾਤ ਉਸਦੀ ਹੈ, ਉਹਦੀ ਜੈ ਜੈਕਾਰ ਹੈ। ਮਹਾਰਾਜ ਕਹਿੰਦੇ ਹੰਕਾਰ ਜਾਤ ਦਾ ਛੱਡ, ਬ੍ਰਾਹਮਣ ਦੇ ਜਿਹੜੇ ਕਰਮ ਨੇ, ਬ੍ਰਹਮ ਤੱਕ ਪਹੁੰਚਣ ਦੇ ਜਿਹੜੇ ਗੁਣ ਨੇ, ਉਹ ਜੀਵਨ ਵਿੱਚ ਢਾਲ। ਉਹ ਕਿਹੜੇ ਨੇ? ਅਗਲੀ ਪੰਕਤੀ ਵਿੱਚ ਕਹਿੰਦੇ ਨੇ, ਜਪ ਤਪ ਸੰਜਮ ਕਮਾਵੇ ਕਰਮ। ਪਰਮਾਤਮਾ ਦਾ ਨਾਮ ਜਪਿਆ ਕਰ,
ਮੰਤਰਾਂ ਜੰਤਰਾਂ ਨੂੰ ਜਪਣਾ ਛੱਡ ਦੇ, ਸਪਸ਼ਟ ਅੱਖਰਾਂ ਵਿੱਚ ਉਹਦੇ ਗੀਤ ਗਾਇਆ ਕਰ। ਤਪ ਕਰਿਆ ਕਰ। ਤਪ ਕਿਹੜਾ ਕਰਨਾ ਹੈ? ਇਹ ਤਪ ਨਹੀਂ ਜਿਹੜਾ ਸਰੀਰ ਨੂੰ ਅਸੀਂ ਤਾ ਛੱਡਦੇ ਹਾਂ, ਬੜੀ ਔਖੀ ਘਾਲਣਾ ਘਾਲਦੇ ਹਾਂ, ਮਾਨਸਿਕ ਤੌਰ ਤੇ ਸਰੀਰਕ ਤੌਰ ਤੇ ਇਸ ਨੂੰ ਜੋ ਅਸੀਂ ਪੀੜਾ ਦਿੰਦੇ ਹਾਂ, ਜੋ ਆਪਣੇ ਆਪ ਨੂੰ ਨਿਵਾਰਨ ਲਈ ਸਾਧਨ ਕਰਦੇ ਹਾਂ, ਰਿਆਜ਼ਤ ਕਰਦੇ ਹਾਂ, ਉਹ ਤਪ ਨਹੀਂ। ਸਿੱਖੀ ਵਿੱਚ ਤਪ ਹੈ ਸਹਿਜ ਨਾਲ ਬਹਿ ਕੇ ਚੌਂਕੜਾ ਲਾ ਕੇ ਅਕਾਲ ਪੁਰਖ ਦੇ ਗੀਤ ਗਾਉਣੇ। ਬ੍ਰਾਹਮਣ ਬਣਨਾ ਹੈ, ਕਹਿੰਦੇ ਸੰਜਮ ਦਾ ਧਾਰਨੀ ਹੋ। ਸੰਜਮ ਕੀ ਹੈ? ਸੰਯਮ, ਇੰਦਰੀਆਂ ਨੂੰ ਕਾਬੂ ਵਿੱਚ ਕਰ, ਬੁਰੇ ਕਰਮਾਂ ਤੋਂ ਹੱਥਾਂ ਨੂੰ ਰੋਕ, ਬੁਰੇ ਰਸਤੇ ਤੇ ਚੱਲਣ ਤੋਂ ਕਦਮਾਂ ਨੂੰ ਰੋਕ, ਜ਼ੁਬਾਨ ਨੂੰ ਬੁਰਾ ਬੋਲਣ ਤੋਂ ਰੋਕ, ਕੰਨਾਂ ਨੂੰ ਚੁਗਲੀ ਨਿੰਦਾ ਤੋਂ ਰੋਕ। ਸੰਜਮ ਵਿੱਚ ਰਿਹਾ ਕਰ। ਗੁਰ ਕਿਰਪਾਲ ਹਰ ਭਏ ਸਹਾਈ, ਜਪ ਤਪ ਸੰਜਮ ਪੂਰੀ ਵਡਿਆਈ। ਜਪ ਤਪ ਅਸਲ ਇਹ ਉਹੀ ਕਰ ਸਕਦਾ ਹੈ ਜਿਹਦੇ ਤੇ ਗੁਰੂ ਕਿਰਪਾਲੂ ਹੋਵੇ, ਉਹਦੀ ਹੀ ਵਡਿਆਈ ਹੈ। ਉਹੀ ਇੰਦਰੀਆਂ ਨੂੰ ਗਲਤ ਕਰਮ ਤੋਂ ਰੋਕ ਸਕਦਾ ਹੈ। ਅਗਲੇ ਗੁਣ ਬਿਆਨ ਕਰਦੇ ਨੇ, ਐ ਇਨਸਾਨ ਜੇ ਬ੍ਰਾਹਮਣ ਬਣਨਾ ਹੈ ਤੇ ਇਹ ਧਾਰ ਸੀਲ ਸੰਤੋਖ ਕਾ ਰੱਖੈ ਧਰਮ। ਸੀਲ ਮਨਨ ਕਰਨਾ, ਪਰਮਾਤਮਾ ਦੇ ਗੁਰੂ ਦੇ ਬਚਨ ਮੰਨਣੇ, ਮਨ ਨੂੰ ਟਿਕਾਉਣਾ, ਅਭਿਆਸ ਕਰਨਾ, ਸ਼ਿਸ਼ਟਾਚਾਰ ਦੇ ਵਿੱਚ ਰਹਿਣਾ, ਭਲਾ ਮਾਨਸ ਬਣ ਕੇ ਰਹਿਣਾ, ਚੰਗੇ ਕਰਮ ਕਰਨੇ। ਇੱਕ ਤੇ ਸੀਲ ਦੇ ਧਾਰਨੀ ਹੋ, ਦੂਜਾ ਸੰਤੋਖ ਧਾਰ। ਖੁਸ਼ ਰਿਹਾ ਕਰ, ਜੋ ਪਰਮੇਸ਼ਵਰ ਨੇ ਦਿੱਤਾ ਹੈ ਤੇਰੇ ਬੀਜੇ ਅਨੁਸਾਰ ਹੀ ਦਿੱਤਾ ਹੈ, ਸ਼ੁਕਰੀਆ ਅਦਾ ਕਰਿਆ ਕਰ ਉਹਦਾ। ਇਹ ਧਰਮ ਕਮਾਉਣਾ ਕਰ, ਮਹਾਨ ਧਰਮ ਕਮਾਉਣਾ ਕਰ। ਉਹ ਕਿਹੜਾ ਹੈ? ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ, ਕਰਮ ਪਰਮਾਤਮਾ ਦੇ ਗੀਤ ਗਾਇਆ ਕਰ। ਖਿਮਾ ਗਹੀ ਬ੍ਰਤ ਸੀਲ ਸੰਤੋਖੰ, ਰੋਗ ਨਾ ਵਿਆਪੈ ਨਾ ਜਮ ਦੋਖੰ। ਮਹਾਰਾਜ ਕਹਿੰਦੇ ਨੇ ਮੁਕਤ ਭਏ ਪ੍ਰਭ ਰੂਪ ਨਾ ਰੇਖੰ। ਕਹਿੰਦੇ ਸੰਤੋਖ ਧਾਰ, ਖਿਮਾ ਦਾ ਸੁਭਾਅ ਬਣਾ। ਕੋਈ ਤੈਨੂੰ ਮਾੜਾ ਚੰਗਾ ਕਵੇ ਉਹਨੂੰ ਬਖਸ਼ ਦਿਆ ਕਰ। ਵਰਤ ਰੱਖਿਆ ਕਰ। ਕਾਹਦਾ? ਆ ਢਿੱਡੋਂ ਭੁੱਖੇ ਰਹਿਣ ਵਾਲਾ ਨਹੀਂ। ਵਰਤ ਕੀ ਰੱਖਣਾ ਹੈ? ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਖੁਰਾਕ ਨਹੀਂ ਖਾਣੀ, ਗਲਤਾਨ ਨਹੀਂ ਹੋਣਾ ਵਿਕਾਰਾਂ ਦੇ ਵਿੱਚ। ਸੰਤੋਖ ਦੇ ਧਾਰਨੇ ਵਾਲਾ ਬਣਨਾ ਹੈ। ਜੀਵਨ ਚੋਂ ਫਿਰ ਰੋਗ ਮਿਟਣਗੇ, ਜਮ ਤੇਰਾ ਰਸਤਾ ਨਹੀਂ ਕੱਟ ਸਕਣਗੇ, ਮੁਕਤ ਹੋ ਜਾਵੇਂਗਾ, ਨਜ਼ਾਤ ਪਾਵੇਂਗਾ। ਬੰਧਨ ਤੋੜੈ ਹੋਵੇ ਮੁਕਤ, ਵਿਕਾਰਾਂ ਦੇ ਬੰਧਨ ਟੁੱਟ ਜਾਣਗੇ, ਮੋਹ ਦੇ ਬੰਧਨ ਤੇਰੇ ਫਿਰ ਟੁੱਟ ਜਾਣਗੇ। ਦੁਨੀਆ ਦੇ ਉੱਤੇ ਨਜ਼ਾਤ ਹਾਸਲ ਕਰੇਗਾ, ਰੋਗਾਂ ਤੋਂ ਸੋਗਾਂ ਤੋਂ 84 ਲੱਖ ਜੂਨਾਂ ਤੋਂ ਮੁਕਤ ਹੋਵੇਂਗਾ। ਜਿਵੇਂ ਭਾਈ ਨੰਦ ਲਾਲ ਕਹਿੰਦੇ ਨੇ ਆਪਣੀ ਗਜ਼ਲ ਦੇ ਵਿੱਚ, ਫਾਰਸੀ ਦੇ ਬੋਲ ਨੇ ਦਾਏ ਮਨ ਦਿਲ ਰਾ ਬਸੂਏ ਹੱਕ ਬੇਕਰ, ਤਾ ਬਾਸਾਨੀ ਬੇਗੁਜ਼ਰੀ ਪੁਲਿਸ ਰਾਤ। ਕਹਿੰਦੇ ਦੇਖ ਸਦਾ ਉਹ ਵਾਹਿਗੁਰੂ ਵੱਲ ਦਿਲ ਨੂੰ ਲਿਜਾਇਆ ਕਰ, ਵਾਹਿਗੁਰੂ ਦੇ ਗੀਤ ਗਾਇਆ ਕਰ। ਬੜੀ ਔਖੀ ਘਾਟੀ ਹੈ ਪ੍ਰਲੋਕ ਵੱਲ ਨੂੰ ਜਾਣ ਵਾਲੀ, ਬੜਾ ਔਖਾ ਪੁੱਲ ਹੈ ਇਹ ਜਿਹੜਾ ਪ੍ਰਲੋਕ ਵੱਲ ਨੂੰ ਜਾਂਦਾ ਹੈ। ਵਾਹਿਗੁਰੂ ਦੇ ਗੀਤ ਗਾਉਣ ਵਾਲਾ ਹੀ ਲੰਘ ਸਕੇਗਾ। ਬਿਨ ਸਤਿਗੁਰ ਸੇਵੇ ਮੁਕਤ ਨਾ ਹੋਈ, ਗੁਰ ਪ੍ਰਸਾਦੀ ਮਿਲੈ ਹਰ ਸੋਈ। ਗੁਰੂ ਦੀ ਕਿਰਪਾ ਨਾਲ ਹੀ ਮੁਕਤ ਹੋਈਦਾ ਹੈ। ਅੱਗੇ ਕਹਿੰਦੇ ਸੋਈ ਬ੍ਰਾਹਮਣ ਪੂਜਣ ਜੁਗਤ, ਜਿਹੜਾ ਨਾਮ ਜਪ ਕੇ ਵਿਕਾਰਾਂ ਦੇ ਬੰਧਨ ਕੱਟ ਗਿਆ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਬੰਧਨ ਕੱਟ ਗਿਆ, ਬ੍ਰਹਮ ਵਿੱਚ ਅਭੇਦ ਹੋਇਆ, ਉਹੀ ਬ੍ਰਾਹਮਣ ਹੈ, ਉਹੀ ਪੂਜਣ ਯੋਗ ਹੈ। ਉਹਦਾ ਹੀ ਅਦਬ ਕਰਨਾ ਬਣਦਾ ਹੈ, ਉਹਦਾ ਹੀ ਸਤਿਕਾਰ ਕਰਨਾ ਬਣਦਾ ਹੈ। ਜਿਵੇਂ ਬਾਣੀ ਚਾਹੁੰਦਾ ਨਾ, ਪੂਰੇ ਸ਼ਬਦ ਪ੍ਰਭ ਮਿਲਿਆ ਆਈ, ਵੱਡ ਭਾਗੀਆਂ ਵਾਹੋ ਵਾਹੋ ਮੋਹ ਕਢਾਈ। ਵਾਹੋ ਵਾਹੋ ਕਰ ਹੈ ਸਈ ਜਨ ਸੋਹਣੇ, ਤਿਨ ਕੋ ਪਰਜਾ ਪੂਜਣ ਆਈ। ਵਾਹੋ ਵਾਹੋ ਕਰਮ ਪ੍ਰਾਪਤ ਹੋਵੇ, ਨਾਨਕ ਦਰ ਸੱਚੈ ਸੋਭਾ ਪਾਈ। ਜਿਹੜਾ ਅਕਾਲ ਪੁਰਖ ਦੇ ਗੀਤ ਗਾਉਂਦਾ, ਵਾਹੋ ਵਾਹੋ ਕਰਦਾ, ਦੁਨੀਆ ਉਹਦੀ ਪੂਜਾ ਕਰਦੀ ਹੈ, ਵਾਹੋ ਵਾਹੋ ਕਰਦੀ ਹੈ। ਅਸਲ ਉਹ ਬ੍ਰਾਹਮਣ ਹੈ ਜੋ ਬ੍ਰਹਮ ਵਿੱਚ ਅਭੇਦ ਹੈ। ਅਗਲੇ ਸ਼ਲੋਕ ਵਿੱਚ ਖੱਤਰੀਆਂ ਬਾਬਤ ਗੁਰੂ ਨਾਨਕ ਸਾਹਿਬ ਹੁਕਮ ਕਰਦੇ ਨੇ।
ਆਪ ਵੀ ਉਹ ਛਤਰੀਆਂ ਵਿੱਚੋਂ ਸਨ। ਖੱਤਰੀ ਸੋ ਜੋ ਕਰਮਾਂ ਕਾ ਸੂਰ। ਇਹ ਖੱਤਰੀ ਲਫ਼ਜ਼, ਇਹ ਛਤਰੀ ਲਫ਼ਜ਼ ਕਸ਼ਤਰੀਏ ਸ਼ਬਦ ਤੋਂ ਹੀ ਪੈਦਾ ਹੋਇਆ ਹੈ। ਮਹਾਰਾਜ ਕਹਿੰਦੇ ਵਰਣ ਵੰਡ ਵਿੱਚ ਚਾਹੇ ਛਤਰੀ ਦੂਜੇ ਸਥਾਨ ਤੇ ਨੇ, ਇਹ ਮਤਲਬ ਇਦਾਂ ਹੀ ਨਹੀਂ ਵੀ ਉਹ ਚਮ ਕਰਕੇ ਉੱਚੇ ਮੰਨ ਲਈਏ। ਛਤਰੀ ਦਾ ਕਰਮ ਹੈ ਸੂਰਮਤਾਈ ਵਾਲੇ ਗੁਣ ਅਖਤਿਆਰ ਕਰਨੇ, ਜੋ ਕਰਮਾਂ ਦਾ ਸੂਰ ਹੋਵੇ, ਸੂਰਮਾ ਹੋਵੇ, ਜੋ ਯੁੱਧ ਦੇ ਵਿੱਚ ਕਦੇ ਵੀ ਪਿੱਠ ਨਾ ਦਿਖਾਵੇ। ਜਦੋਂ ਤੁਸੀਂ ਬਾਣੀ ਧਿਆਨ ਦੇ ਨਾਲ ਪੜ੍ਹਦੇ ਹੋ, ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਸਾਫ਼ ਕਹਿੰਦੇ ਨੇ, ਛਤਰੀ ਕੋ ਪੂਤ ਹੋਂ ਬਾਹਮਣ ਕੋ ਨਹਿ, ਕੈ ਤਪ ਆਵਤ ਹੈ ਜੋ ਕਰੋ, ਅਰ ਔਰ ਜੰਜਾਰ ਜਿਤੋ ਗ੍ਰਹਿ ਕੋ, ਤੋਹੇ त्याग कहाँ चित ता मैं धरो, अब रीज कह देहो वह हमको, जो हो बिनती कर जोर करो, जब आओ की औद निधान बने अत ही रण में तब जूझ मरो। महाराज कहते छतरी, हाँ छतरी दा कर्म है दीना ते दया करनी, दीना दी रखिया करनी, धर्म दे लई तलवार लैके ਇਨਸਾਨੀਅਤ ਦੇ ਦੁਸ਼ਮਣਾਂ ਦਾ ਖੁਰਾ ਖੋਜ ਮਿਟਾਉਣਾ। ਜਿਵੇਂ ਭਾਈ ਨੰਦ ਲਾਲ ਨੇ ਫਾਰਸੀ ਵਿੱਚ ਕਿਹਾ, ਤੇਗ ਰਾ ਫਤਾਹ ਗੁਰੂ ਗੋਬਿੰਦ ਸਿੰਘ, ਜਾਨੋ ਦਿਲ ਰਾ ਰਾਹਾ ਗੁਰੂ ਗੋਬਿੰਦ ਸਿੰਘ। ਗੁਰੂ ਗੋਬਿੰਦ ਸਿੰਘ ਮੈਦਾਨੇ ਜੰਗ ਵਿੱਚ ਤਲਵਾਰ ਲਹਿਰਾਉਣ ਵਾਲੇ ਨੇ, ਮਜ਼ਲੂਮ ਦੀ ਰੱਖਿਆ ਕਰਨ ਵਾਲੇ ਨੇ। ਪਹਿਲਾ ਮਰਨ ਕਬੂਲ ਜੀਵਨ ਕੀ ਛੜ ਆਸ, ਹੋ ਸਭਨਾ ਕੀ ਰੇਣਕਾ ਤੋ ਆਓ ਹਮਾਰਾ ਪਾਸ। ਛਤਰੀ ਉਹ ਅਖਵਾਵੇਗਾ ਜਿਹੜਾ ਧਰਮ ਲਈ ਲੜੇਗਾ। ਛਤਰੀ ਮਾਤਾ ਦੀ ਕੁੱਖ ਚੋਂ ਪੈਦਾ ਹੋਣ ਨਾਲ ਹੀ ਛਤਰੀ ਨਹੀਂ ਬਣ ਜਾਈਦਾ, ਦੀਨਾਂ ਦੀ ਰੱਖਿਆ ਲਈ ਸਿਰ ਦੇਣਾ ਪੈਂਦਾ ਹੈ, ਧਰਮ ਲਈ ਸਿਰ ਦੇਣਾ ਪੈਂਦਾ ਹੈ। ਅੱਗੇ ਕਹਿੰਦੇ ਪੁੰਨ ਦਾਨ ਕਾ ਕਰੈ ਸਰੀਰ, ਨੇਕ ਕਰਮ ਕਰੇ, ਖੈਰਾਤ ਦੇਵੇ, ਗਰੀਬ ਗੁਰਬੇ ਦੀ ਝੋਲੀ ਭਰੇ, ਤਨ ਨੂੰ ਬਸਤਰ ਦੇਵੇ ਗਰੀਬੜੇ ਦੇ, ਉਹਦੇ ਤਨ ਦੀ ਖੁਰਾਕ ਪੂਰੀ ਕਰੇ। 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। ਮਹਾਰਾਜ ਕਹਿੰਦੇ ਦਾਨ ਪੁੰਨ ਕਰਿਆ ਕਰੋ ਭਾਈ, ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੈ ਸੇ ਕਿਰਤ ਕਰੋ, ਵੰਡ ਛਕੋ, ਆਨੰਦ ਲਿਆ ਕਰੋ। ਇਦਾਂ ਜੀਵਨ ਸਫਲਾ ਹੁੰਦਾ ਹੈ। ਇਹ ਵੀ ਛਤਰੀ ਦਾ ਧਰਮ ਹੈ, ਦਾਨ ਕਰਨਾ। ਨਾਮ ਦਾ ਦਾਨ ਵੀ ਕਰਿਆ ਕਰੋ। ਖੇਤ ਪਛਾਣੈ ਬੀਜੈ ਦਾਨ, ਮਨੁੱਖੇ ਜਨਮ ਨੂੰ ਪਹਿਚਾਨਣਾ ਕਰੋ। ਇਹ ਵੱਤਰ ਹੈ ਫਸਲ ਬੀਜਣ ਲਈ, ਜੇ ਇਹ ਵੱਤਰ ਲੰਘ ਗਿਆ, ਹੋਰਾਂ ਜੂਨਾਂ ਵਿੱਚ ਨਾਮ ਨਹੀਂ ਜੇ ਬੀਜਿਆ ਜਾਣਾ। ਜਿਵੇਂ ਕਿਸਾਨ ਵੱਤਰ ਤੇ ਫਸਲ ਬੀਜਦੇ ਨੇ ਵੀ ਫਲ ਪੂਰਾ ਮਿਲੇ, ਜੇ ਵੱਤਰ ਲੰਘ ਜਾਵੇ, ਫਸਲ ਪਛੇਤੀ ਹੋਵੇ, ਫਲ ਘਟ ਜਾਂਦਾ ਹੈ। ਸੋ ਇਹੀ ਅਸਲ ਵੱਤਰ ਹੈ। ਬੀਜਣਾ ਕੀ ਹੈ? ਪੁੰਨ ਦਾਨ ਜਪ ਤਪ ਜੇਤੇ ਸਭ ਉਪਰ ਨਾਮ, ਹਰ ਹਰ ਰਸਨਾ ਜੋ ਜਪੈ ਤਿਸ ਪੂਰਨ ਕਾਮ। ਨਾਮ ਬੀਜਿਆ ਕਰੋ, ਨਾਮ ਵੰਡਿਆ ਕਰੋ, ਇਹੀ ਸਭ ਤੋਂ ਵੱਧ ਪ੍ਰਫੁੱਲਤ ਹੁੰਦਾ ਹੈ, ਸੁਖਦਾਇਕ ਹੈ, ਮੁਕਤੀ ਦੇਣ ਵਾਲਾ ਹੈ। ਸੋ ਖੱਤਰੀ ਦਰਗਾਹ ਪ੍ਰਵਾਨ, ਜਿਨੇ ਸਰੀਰ ਰੂਪੀ ਖੇਤ ਨੂੰ ਨਾਮ ਰੂਪੀ ਬੀਜ ਨਾਲ ਬੀਜਣ ਦੇ ਲਈ ਇਹ ਸਹੀ ਵੱਤਰ ਜਾਣਿਆ ਹੈ, ਉਹੀ ਖੱਤਰੀ ਦਰਗਾਹ ਦੇ ਵਿੱਚ ਪ੍ਰਵਾਨ ਹੈ। ਫਾਰਸੀ ਦਾ ਲਫ਼ਜ਼ ਹੈ, ਦਰਬਾਰ ਨੂੰ ਦਰਗਾਹ ਕਹਿੰਦੇ ਨੇ। ਉਹ ਪ੍ਰਮਾਣੀਕ ਹੋਇਆ। ਖੜ ਦਰਗਾਹ ਪੈ ਨਾਹੀਐ, ਮੁਖ ਹਰ ਨਾਮ ਨਿਵਾਸ। ਜਿਹੜਾ ਅਕਾਲ ਪੁਰਖ ਦੇ ਨਾਮ ਨੂੰ ਬੀਜੇਗਾ, ਗਾਵੇਗਾ, ਦਰਗਾਹ ਵਿੱਚ ਉਹਨੂੰ ਸਰੋਪੇ ਮਿਲਣਗੇ। ਲੱਭ ਲੋਭ ਜੇ ਕੂੜ ਕਮਾਵੇ, ਜੇ ਕੋਈ ਖੱਤਰੀ, ਜੇ ਕੋਈ ਛਤਰੀ ਕਸ਼ਤਰੀ ਹੈ, ਲੱਭ ਲੋਭ ਕਰੇ, ਦੂਸਰੇ ਦਾ ਹੱਕ ਮਾਰੇ, ਤਲਵਾਰ ਦੇ ਜ਼ੋਰ ਨਾਲ ਦੂਸਰੇ ਦਾ ਪਦਾਰਥ ਖੋਹ ਲਵੇ, ਕੂੜ ਦੀ ਕਮਾਈ ਕਰੇ, ਮੁਰਦਾਰ ਖਾਵੇ, ਦੂਜੇ ਦਾ ਹੱਕ ਖਾਵੇ। ਕੀ ਹੁੰਦਾ ਹੈ? ਕੂੜ ਨਖੁੱਟੈ ਨਾਨਕਾ, ਓੜਕ ਸੱਚ ਰਹੀ, ਆਵਣ ਜਾਣ ਨਾ ਸੁਝਈ, ਭੀੜੀ ਗਲੀ ਫਹੀ। ਉਹਨੂੰ ਜਮਾਂ ਦੀ ਭੀੜੀ ਗਲੀ ਵਿੱਚ ਫੇਰਿਆ ਜਾਂਦਾ, ਉਹ ਛਤਰੀ ਨਹੀਂ ਖਵਾ ਸਕਦਾ। ਆਪਣਾ ਕੀਤਾ ਆਪੇ ਪਾਵੈ, ਐਸਾ ਜਿਹੜਾ ਛਤਰੀ ਅਖਵਾਉਣ ਵਾਲਾ ਹੈ, ਜ਼ੁਲਮੋਂ ਸਿਤਮ ਢਾਉਂਦਾ ਹੈ, ਉਹ ਆਪਣੇ ਬੀਜੇ ਨੂੰ ਕੱਟੇਗਾ ਜ਼ਰੂਰ। ਪਾਪ ਬੀਜਿਆ ਹੈ ਤੇ ਦੁੱਖਾਂ ਦੀ ਸਜ਼ਾ ਪਾਵੇਗਾ। ਜਿਵੇਂ ਬਾਣੀ ਚ ਆਉਂਦਾ, ਬਾਹਰ ਪਖੰਡ ਸਭ ਕਰਮ ਕਰ ਹੈ, ਮਨ ਹਿਰਦੈ ਕਪਟ ਕਮਾਏ,
खेत शरीर जो बीजिया सो अंत खलोआ आए। जे पाप बीजोगे ते दुख ही कटने पैने ने, पुन बीजोगे सुख माणोगे। फसल तुहाडी है, बीजी तुसी है, फल तुहानू ही भोगना पैना है। आंढी गवांढी दी फसल दा फल नहीं भोगिया जा सकदा। चंगा बीजो, नाम बीजो, दान बीजो, पुन बीजो, सुख लओगे। दुख नहीं बीजने, कंडे नहीं बीजने, दुख भोगना पवेगा। आनंद बीजो, खुशियां बीजो, खेड़े माणोगे। नानक की प्रभ बेनती हर भावै बख्श मिलाए। तरला लिया करो बापू नेक कर्म बीजिए, सानू चरना विच अपेद कर। नाम ही बीजिए ते मुक्ति पाइए। महाराज कहंदे गुर सिੱਖੀ अमृत बीजिया, तिन अमृत फल हर पाए। उना हलत पलत मुख उजले, ओए हर दरगह सची पैनाए। जेड़े गुरमुखां ने नाम बीजिया है वो सदा ही आनंद माणदे ने। जो बीजिया है उही वढना पैना है। सो नेक कर्म ही करो, खुशियां वंडो, बाणी दा प्रचार प्रसार करो, आनंद लो, वंड के छको, चंगी किरत करो, खंडे दी पौल छको, धर्म विच परपक्क रहो, जीवन सफला होवे। दास इत्थे ही विचार नूं संकोचदा है। भुल चुक दी खिमा। ज्ञानी रंजीत सिंह जी हुणां दा धन्नवाद। इत्थे जितने भी वजीर ने, सेवादार ने, सब दा धन्नवाद। दिल्ली सिख गुरुद्वारा प्रबंधक कमेटी दा धन्नवाद। धर्म प्रचार कमेटी दा धन्नवाद। गज वज के फतेह बुलाओ जी। वाहिगुरू जी का खालसा, वाहिगुरू जी की फतेह।